दिन पहला बुखार चढ़िया। बुखार तो अस पिंड च दवाई लेंदे रहे, 2 दिन पिंड च 4 दिन लेंदे रहे। फिर उस तो बाद उन्होंने सानू कहा तुसीं शहरों फाजिलका लो। फाजिलके असीं लैके गए सचदेवा हॉस्पिटल। उन्होंने 2 घंटे रख के ते सानू फरीदकोट रैफर कर दिता। फिर असीं फरीदकोट चों लेंदे रहे दवाई। उत्थे उन्हां दी चौथे 5वें दिन डेथ हो गई। सैन फ्लू बीमारी तो उन्हां दी डेथ हो गई। होर भी पिंड में डर है कि सानू बीमारी का इलाज किया जाए। तेज नहा धो के साफ कपड़ा रखना है, साफ सुथरे रहना है, तो बच्चों को टाइम सिर दवाई देनी है, तो आप भी टाइम सिर दवाई लेनी है। साडे घर में 2 बच्चे, साडे 2 जी, असीं आप 4 में। साडे बच्चों वास्ते सानू मदद सहायता दी जाए। छोटे बच्चे ने 2 मेरे, ना ही मेरे को जमीन हैगी, दिहाड़ी दप्पा ही है। गुड़िया 4 साल दी ते काका 2.5 सालां दा। सरकार नूं बेनती है साडे बारे सोचो, साडी मदद करो। साडे पिंड दे विच साथी नौजवान मोहन सिंह जी, जिन्हां दी अज तो 10 दिन पहला बुखार दा जिहड़ी कारण बनिया सी, ਇਹ ਜੀਤ ਸਿੰਘ ਨੇ ਇਹਨਾਂ ਦਾ ਸਪੁੱਤਰ ਸੀ ਮੋਹਨ ਸਿੰਘ, ਜਿਹਨੂੰ ਬੁਖਾਰ ਦੇ ਕਾਰਨ ਇੱਥੇ ਫਾਜ਼ਿਲਕਾ ਲੈ ਗਏ ਸੀ। ਫਾਜ਼ਿਲਕਾ ਸਚਦੇਵਾ ਹਸਪੀਟਲ ਵਿੱਚ ਉੱਥੋਂ ਅੱਗੇ ਉਹਨਾਂ ਨੇ ਰੈਫਰ ਕੀਤਾ ਹੈ ਫਰੀਦਕੋਟ ਨੂੰ। ਫਰੀਦਕੋਟ ਦੇ ਵਿੱਚ ਜਿਹੜੀ ਉਹਨਾਂ ਦੀ ਬੁਖਾਰ ਦੇ ਕਾਰਨ ਨਾਲ ਜਿਹੜੀ ਬਿਮਾਰੀ ਜਿਹੜੀ ਬਹੁਤ ਹੀ ਘਟਨਾ ਵਾਲੀ ਸੈਨ ਫਲੂ ਬਿਮਾਰੀ ਦੇ ਕਾਰਨ ਨਾਲ ਜਿਹੜੀ ਉਹਨਾਂ ਦੀ ਕੱਲ ਮੌਤ ਹੋ ਗਈ ਸੀ। ਤੇ ਉਹਦੇ ਵਾਸਤੇ ਜਿਹੜੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ, ਇਹਨਾਂ ਪਰਿਵਾਰ ਦੀ ਜਿਹੜੀ ਡਾਕਟਰੀ ਸਹਾਇਤਾ, ਜਿਹੜੇ ਪਰਿਵਾਰ ਉਹਦੇ ਬੱਚੇ 2 ਬੱਚੇ ਛੋਟੇ ਛੋਟੇ ਬੱਚੇ ਆ, ਉਹਨਾਂ ਦੀ ਸਹਾਇਤਾ ਜਿਹੜੀ ਸਰਕਾਰ ਵੱਲੋਂ ਜਿਹੜੀ ਉਹਨਾਂ ਦੀ ਮਦਦ ਕੀਤੀ ਜਾਵੇ। ਤੇ ਸਾਡੇ ਪਿੰਡ ਦੇ ਵਿੱਚ ਜਿਹੜਾ ਡਾਕਟਰੀ ਰਿਪੋਰਟ ਦੇ ਕਾਰਨ ਜਿਹੜਾ ਪਿੰਡ ਦੇ ਵਿੱਚ ਸਹਾਇਤਾ, ਪਿੰਡ ਨੂੰ ਜਿਹੜਾ ਵੇਖਿਆ ਜਾਵੇ ਕਿ ਪਿੰਡ ਦੇ ਵਿੱਚ ਕੋਈ ਹੋਰ ਵੀ ਨਾ ਇਹੋ ਜਿਹੀ ਘਟਨਾ ਹੋਵੇ। ਡਾਕਟਰ ਆ ਰਹੇ ਨੇ, ਕੱਲ ਵੀ ਆਏ ਸੀ, ਅੱਜ ਵੀ ਆਏ ਨੇ, ਪਰ ਪਿੰਡ ਦੇ ਵਿੱਚ ਨਹੀਂ। ਜਿਹੜੇ ਇਸ ਪਰਿਵਾਰ ਵਾਸਤੇ ਉਹ ਮਦਦ ਕਰ ਰਹੇ ਨੇ। ਅਸੀਂ ਕਹਿੰਦੇ ਹਾਂ ਕਿ ਸਾਰੇ ਪਿੰਡ ਨੂੰ ਜਿਹੜਾ ਹੈ ਕਵਰ ਕੀਤਾ ਜਾਵੇ, ਪਿੰਡ ਦੀ ਜਿਹੜੀ ਦੇਖਭਾਲ ਕੀਤੀ ਜਾਵੇ। ਹਾਂਜੀ, ਇਹ ਪਹਿਲਾ ਚਾਂਸ ਜਿਹੜਾ ਇੱਥੇ ਬਾਰਡਰ ਏਰੀਏ ਦੇ ਵਿੱਚ ਇਹ ਮੁੰਡਾ ਜਿਹੜਾ ਨੌਜਵਾਨ ਪਹਿਲਾ ਚਾਂਸ ਹੋਇਆ ਜਿਹੜਾ ਸੈਨ ਫਲੂ ਦੇ ਨਾਲ। ਜਿਹੜਾ ਹੋ ਸਕਦਾ ਹੋਰ ਵੀ ਕਈ ਮਰੀਜ਼ ਹੈਗੇ ਨੇ ਸਾਥੀ ਬਿਮਾਰ ਨੇ, ਉਹਨਾਂ ਦੀ ਦੇਖਭਾਲ ਕੀਤੀ ਜਾਵੇ, ਪਤਾ ਨਹੀਂ ਕੀ ਬਿਮਾਰੀਆਂ ਨੇ ਉਹਨਾਂ ਨੂੰ। ਅਸੀਂ ਡਾਕਟਰ ਰੁਪਿੰਦਰ ਕੌਰ ਜੀ, ਐਪੀਡੈਮੋਲੋਜਿਸਟ, ਸਿਵਲ ਹਸਪੀਟਲ ਫਾਜ਼ਿਲਕਾ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤੇ ਅਸੀਂ ਪਿੰਡ ਝੰਗੜ ਭੈਣੀ ਵਿੱਚ ਆਏ ਹਾਂ। ਸਾਡਾ ਇੱਕ ਪੇਸ਼ੈਂਟ ਸਾਡਾ ਜੋ ਸਵਾਈਨ ਫਲੂ ਦਾ ਪੋਜ਼ਿਟਿਵ ਹੋਇਆ, ਉਹਦਾ ਅਸੀਂ ਫੋਲੋ ਅਪ ਲੈਣ ਲਈ ਆਏ ਹਾਂ। ਅਤੇ ਅਸੀਂ ਇਹੀ ਦਰਖਾਸਤ ਕਰਦੇ ਹਾਂ ਵੀ ਜੋ ਸਵਾਈਨ ਫਲੂ ਦੇ ਲੱਛਣ ਨੇ, ਅਸੀਂ ਪਰਿਵਾਰ ਨੂੰ ਵੀ ਮਿਲੇ ਹਾਂ, ਪਿੰਡ ਦੇ ਵਿੱਚ ਵੀ ਅਵੇਅਰਨੈਸ ਕੀਤੀ ਹੈ, ਸਕੂਲ ਦੇ ਵਿੱਚ ਵੀ ਅਸੀਂ ਅਵੇਅਰਨੈਸ ਕੀਤੀ ਹੈ ਵੀ ਜਿਹੜੇ ਇਹਦੇ ਲੱਛਣ ਨੇ, ਇਹਦੇ ਮੇਨ ਲੱਛਣ ਹੈਗੇ ਆ ਵੀ 101 ਡਿਗਰੀ ਦੇ ਉੱਪਰ ਬੁਖਾਰ ਹੋ ਜਾਣਾ, ਅੱਖਾਂ ਦੇ ਨੀਚੇ ਦਰਦ ਹੋਣਾ, ਖਾਂਸੀ, ਜ਼ੁਕਾਮ, ਲੱਤਾਂ ਬਾਹਾਂ ਦੀ ਟੁੱਟ ਭੱਜ ਜਿਹੜੀ ਹੁੰਦੀ। ਜਦੋਂ ਇਹ ਲੱਛਣ ਕਿਸੇ ਨੂੰ ਵੀ ਇੱਦਾਂ ਦੇ ਕੋਈ ਲੱਛਣ ਸਾਹਮਣੇ ਆਉਂਦੇ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ, ਜਾਂ ਉਹ ਸਿੱਧਾ ਸਿਵਲ ਹਸਪੀਟਲ ਜਾ ਕੇ ਇਹਦੀ ਇਨਫੋਰਮੇਸ਼ਨ ਦੇਣ। ਉਹਦੇ ਲਈ ਫ੍ਰੀ ਟੈਸਟ ਪ੍ਰੋਵਾਈਡ ਕਰਵਾਏ ਗਏ ਸਰਕਾਰ ਵੱਲੋਂ, ਫ੍ਰੀ ਮੈਡੀਸਨ ਅਵੇਲੇਬਲ ਹੈਗੀਆਂ ਹੈ। ਅਤੇ ਅਸੀਂ ਟਾਈਮ ਟੂ ਟਾਈਮ ਅਸੀਂ ਫੋਲੋ ਅਪ ਲੈਂਦੇ ਰਹਿੰਦੇ ਹਾਂ ਵੀ ਸਾਡੇ ਵੀ ਜੋ ਇਲਾਕਾ ਨਿਵਾਸੀ ਹੈਗੇ ਆ ਜਾਂ ਮੇਰੇ ਸਬ ਸੈਂਟਰ ਦੇ ਅੰਡਰ ਸਾਡੇ ਜੋ ਵੀ ਪਾਪੂਲੇਸ਼ਨ ਆਉਂਦੀ ਹੈ ਉਸ ਨੂੰ ਅਸੀਂ ਪ੍ਰੋਪਰ ਅਵੇਅਰਨੈਸ ਕਰਦੇ ਰਹਿੰਦੇ ਹਾਂ ਵੀ ਸਾਨੂੰ ਵੀ ਇੱਦਾਂ ਦਾ ਕੋਈ ਹੋਰ ਕੇਸ ਨਾ ਸਾਹਮਣੇ ਆਵੇ, ਜਾਂ ਜੋ ਇਹਨਾਂ ਤੋਂ ਦੁਬਾਰਾ ਕਿਸੇ ਹੋਰ ਪੇਸ਼ੈਂਟ ਨੂੰ ਨਾ ਹੋ ਜਾਵੇ। ਅਸੀਂ ਇਹਨਾਂ ਨੂੰ ਅੱਜ ਜਿਹੜੇ ਨਾਲ ਪੇਸ਼ੈਂਟ ਦੇ ਸੀਗੇ ਉਹਦੇ ਪਰਿਵਾਰ ਮੈਂਬਰ, ਉਹਨਾਂ ਨੂੰ ਵੀ ਅਸੀਂ ਅੱਜ ਦਵਾਈ ਦਿੱਤੀ ਹੈ। ਤੇ ਜੋ ਤੁਹਾਨੂੰ ਲੱਛਣ ਦੱਸੇ ਆ ਵੀ ਇਹ ਜਿੱਦਾਂ ਦੇ ਵੀ ਕੋਈ ਇਦਾਂ ਦੇ ਲੱਛਣ ਸਾਹਮਣੇ ਆਉਂਦੇ ਤਾਂ ਸਾਡੇ ਨਾਲ ਸੰਪਰਕ ਕਰਨ, ਨਹੀਂ ਤੇ ਉਹ ਸਿੱਧਾ ਸਿਵਲ ਹਸਪੀਟਲ ਜਾ ਕੇ ਉਹਨਾਂ ਤੋਂ ਟੈਸਟ ਕਰਵਾਉਣ ਅਤੇ ਫ੍ਰੀ ਮੈਡੀਸਿਨ ਲੈ ਲੈਣ। ਬਸ ਇੱਕ ਪਰਹੇਜ਼ ਹੀ ਹੈ ਜਿਹੜਾ ਉਹ ਸਵਾਈਨ ਫਲੂ ਇੱਕ ਹਵਾ ਦੇ ਨਾਲ ਫੈਲਣ ਵਾਲੀ ਬਿਮਾਰੀ ਹੈ। ਜਦੋਂ ਆਪਾਂ ਕਿਸੇ ਦੇ ਹਵਾ ਸਿੱਧੇ ਮੂੰਹ ਨਾਲ ਸੰਪਰਕ ਵਿੱਚ ਆਉਂਦੇ ਹਾਂ, ਨਿੱਛ ਮਾਰਦਾ ਹੈ ਕੋਈ ਪੇਸ਼ੈਂਟ ਜਾਂ ਖਾਂਸੀ ਕਰਦਾ ਹੈ ਜਾਂ ਉਹਦਾ ਹੱਥ ਮਿਲਾਉਂਦੇ ਆ ਉਹਨੂੰ, ਤਾਂ ਹਮੇਸ਼ਾ ਇਹਦੇ ਇਹੀ ਬਚਣ ਦੇ ਇਹੀ ਤਰੀਕੇ ਹੈਗੇ ਹੈ ਵੀ ਤੁਸੀਂ ਜਦੋਂ ਵੀ ਖਾਣਾ ਖਾਣਾ ਹੈ ਤਾਂ ਆਪਣੇ ਹੱਥ ਸਾਬਣ ਨਾਲ ਸਾਫ਼ ਕਰੋ। ਜੇ ਸਾਬਣ ਪਾਣੀ ਤੁਹਾਡੇ ਕੋਲ ਅਵੇਲੇਬਲ ਨਹੀਂ ਹੈ ਤਾਂ ਹੈਂਡ ਸੈਨੀਟਾਈਜ਼ਰ ਦੇ ਨਾਲ ਹੱਥ ਸਾਫ਼ ਕਰਕੇ
ਉਹ ਤਾਂ ਹੀ ਖਾਣਾ ਖਾਓ। ਜੇ ਤੁਸੀਂ ਅੱਖਾਂ ਨੂੰ ਹੱਥ ਲਾਉਣੇ ਹੋ ਤਾਂ ਆਪਦੇ ਹੱਥ ਸਾਫ਼ ਕਰਕੇ ਅੱਖਾਂ ਨੂੰ ਲਗਾਓ, ਮੂੰਹ ਨੂੰ ਲਗਾਉਣੇ ਹੋ। ਸਭ ਤੋਂ ਜ਼ਿਆਦਾ ਇਹ ਦਿੱਕਤ ਮਤਲਬ ਕਿ ਛੋਟੇ ਬੱਚੇ ਜੋ 5 ਸਾਲ ਤੋਂ ਛੋਟੇ ਬੱਚੇ ਹੈ, ਉਹਨਾਂ ਦੇ ਵਿੱਚ ਇਮਿਊਨਿਟੀ ਸਿਸਟਮ ਵੀ ਉਹਨਾਂ ਦਾ ਲੋ ਹੁੰਦਾ ਹੈ। ਤੇ ਜਦੋਂ ਵੀ ਤੁਸੀਂ ਘਰ ਦੇ ਵਿੱਚ ਕੋਈ ਬੱਚਾ ਹੈ ਉਹਨੂੰ ਚੁੱਕਦੇ ਹੋ, ਉਹਨੂੰ ਚੁੰਮਦੇ ਹੋ ਜਾਂ ਉਹਨੂੰ ਮਿਲਦੇ ਹੋ ਤਾਂ ਹਮੇਸ਼ਾ ਉਹ ਹੱਥ ਸਾਫ਼ ਕਰਕੇ ਹੀ ਬੱਚੇ ਨੂੰ ਹੱਥ ਲਗਾਏ ਜਾਣ, ਨਹੀਂ ਤੇ ਇਹ ਖਤਰਾ ਮਤਲਬ ਕਿ ਇਸ ਬਿਮਾਰੀ ਦਾ ਜੋ ਖਤਰਾ ਉਹ ਬੱਚਿਆਂ ਦੇ ਵਿੱਚ ਵੀ ਜ਼ਿਆਦਾ ਹੋ ਜਾਂਦਾ ਹੈ। ਇਸ ਕਰਕੇ ਸਿਰਫ ਸਾਡੀ ਇਹੀ ਦਰਖਾਸਤ ਹੈ ਵੀ ਬਚਾਅ ਜ਼ਰੂਰੀ ਹੈ, ਠੀਕ ਹੈ। ਬਚਾਅ ਨਾਲ ਹੀ, ਪਰਹੇਜ਼ ਦੇ ਨਾਲ ਹੀ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ। ਨਹੀਂ, ਜੇ ਸਾਨੂੰ ਇਦਾਂ ਦੇ ਕੋਈ ਲੱਛਣ ਸਮਝ ਆਉਂਦੇ ਆ, ਅਸੀਂ ਇਸੇ ਕਰਕੇ ਹੀ ਸਾਨੂੰ 3 ਦਿਨ ਹੋ ਗਏ ਆ, ਅਸੀਂ ਡੇਲੀ ਫੋਲੋ ਅਪ ਪਿੰਡ ਦੇ ਵਿੱਚ ਵੀ ਲੈ ਰਹੇ ਆ। ਉਹ ਆਸ ਪੜੋਸ ਦੇ ਜੋ ਹੈਗੇ ਹੈ ਪਰਸਨ ਹੈਗੇ ਆ, ਅਸੀਂ ਉਹਨਾਂ ਤੋਂ ਵੀ ਪੁੱਛ ਰਹੇ ਆ, ਇੱਕ ਬੰਦੇ ਨੂੰ ਮਿਲ ਰਹੇ ਆ ਵੀ ਕਿਸੇ ਨੂੰ ਇਦਾਂ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ। ਜੇ ਸਾਨੂੰ ਲੱਗਦਾ ਹੈ ਵੀ ਇਦਾਂ ਦੀ ਕਿਸੇ ਨੂੰ ਹੈ, ਪ੍ਰੋਬਲਮ ਆ ਰਹੀ ਹੈ, ਤਾਂ ਅਸੀਂ ਉਹਨਾਂ ਦੇ ਮਤਲਬ ਕਿ ਪੂਰਾ ਉਹਨਾਂ ਨੂੰ ਉੱਥੇ ਲੈ ਕੇ ਜਾਵਾਂਗੇ ਸਿਵਲ ਹਸਪੀਟਲ, ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਟੈਸਟ ਕਰਵਾਵਾਂਗੇ। ਬਾਕੀ ਜੋ ਸਾਡੇ ਐਪੀਡੈਮੋਲੋਜਿਸਟ ਡਾਕਟਰ ਰੁਪਿੰਦਰ ਕੌਰ ਜੀ ਉਹਨਾਂ ਦੇ ਜੋ ਹੋਣਗੇ ਅਸੀਂ ਦਿਸ਼ਾ ਨਿਰਦੇਸ਼ ਅਸੀਂ ਉਹਨਾਂ ਦੇ ਅਕੋਰਡਿੰਗ ਕੰਮ ਕਰਾਂਗੇ। ਫਿਲਹਾਲ ਤਾਂ ਆਪਣੇ ਇਸ ਇਲਾਕੇ ਦੇ ਵਿੱਚ ਇਹ ਪਹਿਲਾ ਕੇਸ ਹੀ ਹਜੇ ਡਿਟੈਕਟ ਹੋਇਆ ਹੈ, ਤੇ ਇਸੇ ਕਰਕੇ ਅਸੀਂ ਪੂਰੀ ਆਪਦੀ ਚੌਕਸੀ ਵਰਤ ਰਹੇ ਹਾਂ ਵੀ ਦੁਬਾਰਾ ਕਿਸੇ ਨੂੰ ਇਦਾਂ ਦਾ ਕੋਈ ਕੇਸ ਨਾ ਹੋ ਸਕੇ ਸਾਹਮਣੇ ਆਏ। ਸਵਾਈਨ ਫਲੂ ਦੀ ਜਿਹੜੀ ਬਿਮਾਰੀ ਹੈ ਇਹ ਇੱਕ ਵਾਇਰਸ ਦੇ ਕਰਕੇ ਫੈਲਦੀ ਹੈ, ਜਿਹੜਾ ਕਿ H1N1 ਇਨਫਲੂਐਂਜ਼ਾ ਵਾਇਰਸ ਹੁੰਦਾ ਹੈ ਜੀ। ਤੇ ਇਸ ਸਮੇਂ ਤੱਕ ਟੋਟਲ ਜਿਹੜੇ ਸਾਡੇ ਕੋਲ ਕਨਫਰਮ ਕੇਸ ਹੋਏ ਨੇ ਸਵਾਈਨ ਫਲੂ ਦੇ, ਉਹ 3 ਕੇਸ ਹੋਏ ਨੇ। 3 ਕੇਸਾਂ ਦੇ ਵਿੱਚੋਂ ਜਿਹੜੇ 2 ਮਰੀਜ਼ ਨੇ ਸਾਡੇ, ਉਹਨਾਂ ਦੀ ਡੈਥ ਹੋ ਚੁੱਕੀ ਹੈ, ਤੇ ਇੱਕ ਮਰੀਜ਼ ਹੈ ਜਿਹੜਾ ਕਿ ਝੁੱਗੇ ਪੰਡਤਾਂ ਤਹਿਸੀਲ ਜਲਾਲਾਬਾਦ ਤੋਂ ਬਿਲੋਂਗ ਕਰਦਾ ਸੀ, ਉਹ ਬਿਲਕੁਲ ਠੀਕ ਹੋ ਕੇ ਆਪਣੇ ਘਰ ਵਾਪਸ ਆ ਗਿਆ ਜੀ। ਜਿਹੜੀ ਸਵਾਈਨ ਫਲੂ ਦੀ ਬਿਮਾਰੀ ਹੈ, ਇਸ ਤੋਂ ਡਰਨ ਦੀ ਲੋੜ ਨਹੀਂ ਹੈ, ਬਲਕਿ ਸਾਨੂੰ ਇਹਦੇ ਵਿੱਚ ਜਿਹੜੀਆਂ ਪ੍ਰੀਕਾਸ਼ਨਸ ਹੁੰਦੀਆਂ ਨੇ ਉਹ ਜੇ ਅਸੀਂ ਬਿਲਕੁਲ ਚੰਗੀ ਤਰ੍ਹਾਂ ਫੋਲੋ ਕਰਦੇ ਹਾਂ ਤਾਂ ਇਹੋ ਜਿਹੀ ਜਿਹੜੀ ਜਾਨਲੇਵਾ ਬਿਮਾਰੀ ਹੈ ਉਸ ਤੋਂ ਅਸੀਂ ਆਪਣਾ ਬਚਾਓ ਕਰ ਸਕਦੇ ਹਾਂ। ਸਵਾਈਨ ਫਲੂ ਬਿਮਾਰੀ ਦੇ ਜਿਹੜੇ ਲੱਛਣ ਹੁੰਦੇ ਨੇ ਜੀ, ਉਹਦੇ ਵਿੱਚ ਸਭ ਤੋਂ ਪਹਿਲਾ ਲੱਛਣ ਆਉਂਦਾ ਹੈ ਜੀ ਤੇਜ਼ ਬੁਖਾਰ ਹੋਣਾ। ਇਹ 101 ਡਿਗਰੀ ਤੋਂ ਉੱਪਰ ਤੱਕ ਦਾ ਬੁਖਾਰ ਹੁੰਦਾ ਹੈ ਜੀ। ਇਸ ਦੇ ਨਾਲ ਸਾਨੂੰ ਨਜ਼ਲਾ ਤੇ ਖਾਂਸੀ ਹੋ ਸਕਦੀ ਹੈ। ਨਜ਼ਲਾ ਤੇ ਖਾਂਸੀ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਜਿਹੜੀ ਖਾਂਸੀ ਹੁੰਦੀ ਹੈ ਉਹ ਬਿਨਾਂ ਬਲਗਮ ਦੇ ਹੁੰਦੀ ਹੈ ਆਮ ਤੌਰ ਤੇ ਨੱਕ ਦੇ ਵਿੱਚੋਂ ਪਾਣੀ ਆਉਂਦਾ ਜੀ ਕਈ ਵਾਰ ਜਦੋਂ ਸ਼ੁਰੂਆਤ ਦੇ ਜਿਹੜੇ ਲੱਛਣ ਹੁੰਦੇ ਨੇ। ਇਸ ਦੇ ਨਾਲ ਹੀ ਸਾਹ ਲੈਣ 'ਚ ਤਕਲੀਫ ਹੋ ਸਕਦੀ ਹੈ ਜੀ, ਤੇ ਨਾਲ ਹੀ ਜਿਹੜਾ ਹੈ ਸਰੀਰ ਦੇ ਵਿੱਚ ਥਕਾਵਟ ਹੋ ਸਕਦੀ ਹੈ, ਜਾਂ ਫਿਰ ਸਰੀਰ ਦਾ ਟੁੱਟਣਾ ਜਿਹਨੂੰ ਅਸੀਂ ਕਹਿੰਦੇ ਹਾਂ ਮਹਿਸੂਸ ਕਰ ਸਕਦਾ ਹੈ ਜੀ ਵਿਅਕਤੀ। ਜੇਕਰ ਇਦਾਂ ਦੇ ਲੱਛਣ ਹੁੰਦੇ ਨੇ ਤਾਂ ਸਾਨੂੰ ਕਿਸੇ ਵੀ ਜਗ੍ਹਾ ਤੋਂ ਆਪਣੇ ਪੱਧਰ ਤੇ ਦਵਾਈ ਲੈ ਕੇ ਨਹੀਂ ਖਾਣੀ ਚਾਹੀਦੀ। ਇਸ ਸ਼ੁਰੂਆਤੀ ਸਮੇਂ ਦੇ ਵਿੱਚ ਅਸੀਂ ਜਿਹੜਾ ਆਪਣਾ ਬਚਾਓ ਹੈ ਇਸ ਬਿਮਾਰੀ ਤੋਂ ਜਾਂ ਵਾਇਰਸ ਨੂੰ ਫੈਲਣ ਤੋਂ ਕਿੱਦਾਂ ਰੋਕ ਸਕਦੇ ਹਾਂ। ਇਹ ਜਿਹੜਾ ਵਾਇਰਸ ਹੈ ਫੈਲਦਾ ਹੈ ਛਿੱਕ ਰਾਹੀਂ ਜਾਂ ਫਿਰ ਜਦੋਂ ਅਸੀਂ ਖਾਂਸੀ ਕਰਦੇ ਹਾਂ। ਜਦੋਂ ਕੋਈ ਵੀ ਪਰਸਨ ਇਸ ਵਾਇਰਸ ਨਾਲ ਇਨਫੈਕਟਡ ਹੁੰਦਾ ਹੈ ਤਾਂ ਖਾਂਸੀ ਸਮੇਂ ਜਾਂ ਫਿਰ ਛਿੱਕ ਮਾਰਨ ਸਮੇਂ ਜੇਕਰ ਉਹ ਰੁਮਾਲ ਦੀ ਵਰਤੋਂ ਨਹੀਂ ਕਰਦੇ ਤਾਂ ਇਹ ਜਿਹੜੇ ਕੀਟਾਣੂ ਨੇ ਜਾਂ ਵਿਸ਼ਾਣੂ ਹੁੰਦੇ ਨੇ ਇਹ ਸਾਹਮਣੇ ਬੈਠੇ ਵਿਅਕਤੀ ਵਿੱਚ ਵੀ ਜਾ ਸਕਦੇ ਨੇ, ਤੇ ਇਸ ਕਰਕੇ ਇਹ ਜਿਹੜੀ ਬਿਮਾਰੀ ਹੈ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਨੂੰ ਫੈਲਦੀ ਹੈ। ਇਸ ਸ਼ੁਰੂਆਤੀ ਸਮੇਂ ਵਿੱਚ ਅਸੀਂ ਜਿਹੜੀਆਂ ਪ੍ਰੀਕਾਸ਼ਨਸ ਹੁੰਦੀਆਂ ਨੇ, ਜੋ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ, ਇਸ ਦੇ ਪਰਹੇਜ਼ ਕਰਨ ਤੋਂ ਬਚਿਆ ਜਾ ਸਕਦਾ ਹੈ। ਜਿਵੇਂ ਕਿ ਸਾਨੂੰ ਖੰਘਦੇ ਸਮੇਂ ਜਾਂ ਛਿੱਕਦੇ ਸਮੇਂ ਸਾਨੂੰ ਆਪਣੇ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ, ਜਾਂ ਫਿਰ ਕਿਸੇ ਨੂੰ ਖਾਂਸੀ ਜ਼ੁਕਾਮ ਲੱਗਿਆ ਤਾਂ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ। ਬਾਹਰ ਭੀੜ ਭੜੱਕੇ ਵਾਲੀ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਦਾ ਸੇਵਨ ਕਰਨਾ ਚਾਹੀਦਾ ਹੈ। ਪਾਣੀ ਨੂੰ ਹਮੇਸ਼ਾ ਕੋਸਾ ਕਰਕੇ ਜਾਂ ਗਰਮ ਕਰਕੇ ਲੈਣਾ ਚਾਹੀਦਾ ਹੈ, ਤੇ ਖਾਣਾ ਬਿਲਕੁਲ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਹਾਂਜੀ, ਉਹ ਵੀ ਸਵਾਈਨ ਫਲੂ ਦਾ ਕੇਸ ਸੀਗਾ ਜੀ। ਜਦੋਂ ਵੀ ਕੋਈ ਸਵਾਈਨ ਫਲੂ ਦਾ ਕੇਸ ਸਾਡੇ ਕੋਲ ਕਨਫਰਮ ਹੋ ਕੇ ਆਉਂਦਾ ਹੈ ਤਾਂ ਉਸ ਸਮੇਂ ਦੌਰਾਨ ਜੇਕਰ ਮਰੀਜ਼ ਦੇ ਨਾਲ ਜਿਹੜੇ ਕੋਈ ਉਹਨਾਂ ਦੇ ਘਰ ਦੇ ਮੈਂਬਰ ਰਹਿ ਰਹੇ ਹੁੰਦੇ ਨੇ, ਕਿਉਂਕਿ ਮਰੀਜ਼ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਸਵਾਈਨ ਫਲੂ ਸੀ ਜਾਂ ਨਹੀਂ ਸੀ, ਤਾਂ ਉਸ ਸਮੇਂ ਜਦੋਂ ਬੁਖਾਰ ਜਾਂ ਫਿਰ ਖਾਂਸੀ ਜ਼ੁਕਾਮ ਸਮੇਂ ਜਿਹੜੇ ਲੱਛਣ ਹੁੰਦੇ ਨੇ, ਮਰੀਜ਼ ਦੇ ਘਰ ਦੇ ਮੈਂਬਰ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਨੇ, ਉਹਨਾਂ ਨੂੰ ਅਸੀਂ ਕੇਸ ਕਨਫਰਮ ਹੋਣ ਤੋਂ ਬਾਅਦ ਅਸੀਂ ਜੀ ਉਹਨਾਂ ਨੂੰ ਜਿਹੜੀ ਮੈਡੀਸਨ ਹੈ, ਐਂਟੀਵਾਇਰਲ ਮੈਡੀਸਨ ਆਉਂਦੀ ਹੈ ਸਾਡੇ ਕੋਲ, ਤਾਂ ਉਹ ਅਸੀਂ ਉਹਨਾਂ ਕੇਸਿਸ ਨੂੰ ਪ੍ਰੋਵਾਈਡ ਕਰਦੇ ਹਾਂ। ਬਚਾਓ ਦੇ ਤੌਰ ਤੇ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਹੀ ਸਕੂਲਾਂ ਦੇ ਵਿੱਚ ਜਿਹੜੇ ਸੈਮੀਨਾਰ ਨੇ, ਉਹ ਅਵੇਅਰਨੈਸ ਸੈਮੀਨਾਰ ਨੇ, ਉਹ ਲਗਾਏ ਜਾ ਰਹੇ ਨੇ। ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵੇਅਰ ਕੀਤਾ ਜਾ ਰਿਹਾ ਹੈ, ਤੇ ਇਸ ਦੇ ਨਾਲ ਹੀ ਜਿਹੜੇ ਵੀ ਬਲਾਕ ਦੀਆਂ ਟੀਮਸ ਨੇ ਉਹ ਆਪਣਾ ਕੰਮ ਬਖੂਬੀ ਨਿਭਾ ਰਹੀਆਂ ਨੇ, ਤਾਂ ਕਿ ਬੱਚੇ ਇਹਨਾਂ ਚੀਜ਼ਾਂ ਨੂੰ ਫੋਲੋ ਕਰਨ ਤੇ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਵੀ ਇਹਨਾਂ ਗੱਲਾਂ ਬਾਰੇ ਦੱਸਣ ਕਿ ਇਹ ਬਚਾਓ ਦੇ ਤਰੀਕਿਆਂ ਤੋਂ ਅਸੀਂ ਸਵਾਈਨ ਫਲੂ ਵਰਗੀ ਬਿਮਾਰੀ ਤੋਂ ਬਚ ਸਕਦੇ ਹਾਂ। ਇਸ ਦੇ ਨਾਲ ਹੀ ਮੈਂ ਕਹਿਣਾ ਚਾਹਾਂਗੀ ਕਿ ਜੇਕਰ ਕਿਸੇ ਨੂੰ ਵੀ ਇਹੋ ਜਿਹੇ ਲੱਛਣ ਆਉਂਦੇ ਆ
ਤਾਂ ਉਹ ਮੈਡੀਕਲ ਸਪੈਸ਼ਲਿਸਟ ਕੋਲੇ ਆ ਕੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਦਿਖਾ ਸਕਦੇ ਆ। ਤੇ ਸਾਹ ਦੀ ਤਕਲੀਫ ਜੇਕਰ ਵੱਧਦੀ ਹੈ ਤਾਂ ਉਸ ਸਮੇਂ ਜ਼ਰੂਰ ਆ ਕੇ ਦਿਖਾਣਾ ਚਾਹੀਦਾ ਹੈ, ਤਾਂ ਕਿ ਪਤਾ ਲੱਗ ਸਕੇ ਤੇ ਸਮੇਂ ਸਿਰ ਜਿਹੜੀ ਹੈ ਮੈਡੀਸਨ ਚਾਲੂ ਕੀਤੀ ਜਾ ਸਕੇ। ਕਿਉਂਕਿ ਜਦ ਸਾਡੇ ਕੋਲ ਮਰੀਜ਼ ਜ਼ਿਆਦਾ ਤਕਲੀਫ ਨਾਲ ਪਹੁੰਚਦਾ ਹੈ ਤਾਂ ਉਸ ਸਮੇਂ ਜਿਹੜਾ ਹੈ ਮਰੀਜ਼ ਨੂੰ ਬਚਾ ਪਾਣਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ ਹੈ ਜੀ।